7 लोग रखन नहीं दिंदे। उस वेले काली गौरमेंट सी, साडा थोड़ा तबदा ही सगा। ਇਹਨਾਂ ਦੀ ਬੰਦੀ ਕਾਰਵਾਈ ਹੋਵੇ। ਹਰਦੀਪ ਸਿੰਘ ਹਾਏ ਹਾਏ, ਹਰਜਾਤ ਸਿੰਘ ਹਾਏ ਹਾਏ, ਸਿਟੀਜ਼ਨ ਉਹਨਾਂ ਨੂੰ ਵੀ ਪਰੇਸ਼ਾਨ ਕੀਤਾ ਜਾ ਰਿਹਾ। ਸਾਡੀ ਕਾਹਦੀ ਗਲਤੀ ਹੈ? ਅਸੀਂ ਆਪਣੀ ਹੱਕ ਲਾਲ ਦੀ ਕਮਾਈਆਂ ਖਾ ਰਹੇ ਹਾਂ। ਮੇਰੀ ਆਪਣੀ ਜ਼ਮੀਨ ਹੈ ਜਿਹਦੇ ਵਿੱਚ ਆ ਕੇ ਅਜੀਤ ਸਿੰਘ ਕਬਜ਼ਾ ਕਰਨਾ ਚਾਹੁੰਦਾ ਆ। ਸਾਨੂੰ ਗਲਤ ਕੇਸਾਂ ਵਿੱਚ, ਝੂਠੇ ਕੇਸਾਂ ਵਿੱਚ ਫਸਾਉਣ ਦਾ ਮੈਨੂੰ ਉਹ ਕਰਦਾ ਪਿਆ, ਧਮਕੀਆਂ ਦਿੰਦਾ ਪਿਆ। ਇਹਦਾ ਜਿਹੜਾ ਪੋਤਰਾ ਆ ਹਰਜਾਤ ਸਿੰਘ ਮੈਨੂੰ ਹਮੇਸ਼ਾ ਤੰਗ ਕਰਦਾ, ਮੈਨੂੰ ਆਂਦੇ ਨੂੰ ਗਾਲੀ ਗਲੋਚ ਕਰਦਾ, ਮੇਰੇ ਤੇ ਗਲਤ ਕਮੈਂਟ ਪਾਸ ਕਰਦਾ। ਇਹਨਾਂ ਤੇ ਪਰਚਾ ਦਰਜ ਕੀਤਾ ਜਾਏ। ਅਜੀਤ ਸਿੰਘ ਹਾਏ ਹਾਏ, ਹਰਜਾਤ ਸਿੰਘ ਹਾਏ ਹਾਏ। ਸਰ ਮੇਰਾ ਮੈਂ ਕਿੱਥੋਂ ਸ਼ੁਰੂ ਕਰਾਂ ਮੈਨੂੰ ਸਮਝ ਨਹੀਂ ਆ ਰਿਹਾ। ਮੈਂ ਬਟ ਥੋੜੀ ਜੀ ਰੋਸ਼ਨੀ ਇਸ ਮੈਟਰ ਤੇ ਪਾਣਾ ਚਾਹੁੰਦੀ ਹਾਂ ਕਿ ਜਿਹੜੀ ਮੇਰੀ ਐਗਰੀਕਲਚਰ ਐਂਡ ਕਨੌਨ ਪਿੰਡ ਦੇ ਵਿੱਚ ਹੈ, ਉਹ ਉਹਨੂੰ ਪਾਣ ਦੇ ਲਈ, ਆਪਣੀ ਜ਼ਮੀਨ ਤੋਂ ਪਾਣ ਲਈ ਮੇਰੀ ਮਦਰ ਨੇ 32 ਸਾਲ ਸਟਰਗਲ ਕੀਤਾ ਕੋਰਟਾਂ ਕਚਹਿਰੀਆਂ ਦੇ ਵਿੱਚ, ਜੋ ਕਿ ਉਹਨਾਂ ਦੇ ਆਪਣੇ ਹਸਬੈਂਡ ਦੀ ਪ੍ਰਾਪਰਟੀ ਸੀਗੀ ਤੇ ਉਹ ਲੀਗਲ ਰਾਈਟ ਉਹਨਾਂ ਦਾ ਸੀਗਾ। ਬਟ ਸਾਡੇ ਦਾਦਕਿਆਂ ਵੱਲੋਂ ਕਿਸੇ ਹੋਰ ਬੰਦੇ ਨੂੰ ਵੇਚ ਦਿੱਤੀ ਗਈ, ਸਾਡੇ ਵਿਦਆਊਟ ਐਨੀ ਕੰਸਰਨ। ਤੇ ਉਹਦੇ ਵਿੱਚ ਵੈਸੇ ਕਹਿੰਦੇ ਕਿ ਭਗਵਾਨ ਰਾਮਚੰਦਰ ਜੀ ਵੀ 14 ਸਾਲ ਬਾਅਦ ਵਨਵਾਸ ਕੱਟ ਕੇ ਆ ਗਏ ਸੀ, ਤੇ ਮੇਰੇ ਮਦਰ ਨੇ ਤਾਂ 2.5 ਗੁਣਾ ਵਨਵਾਸ ਕੱਟਿਆ। ਤੇ ਇੰਨੀ ਮਿਹਨਤ ਨਾਲ ਤੇ ਉਹਨਾਂ ਨੇ ਆਪਣੀ ਜ਼ਮੀਨ ਨੂੰ ਸਰਕਾਰੀ ਤੌਰ ਤੇ ਸਾਨੂੰ ਕਬਜ਼ਾ ਦਿਵਾਇਆ ਗਿਆ, ਜੋ ਕਿ 2021 ਦੇ ਵਿੱਚ ਇਸ ਜ਼ਮੀਨ ਦਾ ਕਬਜ਼ਾ ਸਾਡੇ ਹੱਥ ਵਿੱਚ ਆਇਆ ਸੀਗਾ। ਤੇ ਅਸੀਂ ਵਾਸੀ ਚੰਡੀਗੜ੍ਹ ਦੇ ਹਾਂ ਤੇ ਪ੍ਰਾਪਰਟੀ ਸਾਡੀ ਕਨੌਨ ਪਿੰਡ ਵਿੱਚ ਸੀਗੀ ਸਰ। ਤੇ ਉਹਨੂੰ ਅਸੀਂ ਦੇਖ ਰੇਖ ਕਰਨ ਲਈ ਹੁਣ ਆਪਣੀ ਐਗਰੀਕਲਚਰ ਲੈਂਡ ਦੇ ਵਿੱਚ ਇੱਕ ਛੋਟਾ ਜਿਹਾ ਮਕਾਨ ਮੈਂ ਬਣਾਉਣਾ ਚਾਹੁੰਦੀ ਸੀ, ਤਾਂ ਕਿ ਮੈਂ ਆਪਣੀ ਜ਼ਮੀਨ ਦੀ ਦੇਖਭਾਲ ਕਰ ਸਕਾਂ। ਔਰ ਇਸ ਮੁਤਲਕ ਸਰ ਜਿਹੜਾ ਅਜੀਤ ਸਿੰਘ ਤੇ ਉਹਦਾ ਜਿਹੜਾ ਪੁੱਤਰਾ ਆ ਹਰਜਾਪ ਸਿੰਘ ਤੇ ਜਤਿੰਦਰ ਸਿੰਘ, ਜਿਨ੍ਹਾਂ ਦੇ ਵੱਲੋਂ ਸਾਨੂੰ ਹਰਾਸਮੈਂਟ ਤੇ ਪਰੇਸ਼ਾਨ ਕੀਤਾ ਜਾ ਰਿਹਾ, ਝੂਠੇ ਕੇਸ ਪਾਉਣ ਦੀਆਂ ਸਾਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ, ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ। ਤੇ ਜਿੱਦਾਂ ਮੇਰੇ ਘਰ ਦਾ ਐਗਰੀਕਲਚਰ ਕੰਸਟਰਕਸ਼ਨ ਕੰਮ ਚੱਲਦਾ ਹੈ, ਤੇ ਉਹਦੇ ਵਿੱਚ ਮੈਨੂੰ ਰੈਗੂਲਰ ਬੇਸਿਸ ਤੇ ਆਪਣੇ ਘਰ ਆਉਣਾ ਜਾਣਾ ਪੈਂਦਾ। ਤੇ ਰਸਤੇ ਦੇ ਵਿੱਚ ਉਹਦਾ ਜਿਹੜਾ ਪੁੱਤਰਾ ਆ ਹਰਜਾਪ ਸਿੰਘ, ਉਹਦੇ ਵੱਲੋਂ ਬਹੁਤ ਸਾਰੀਆਂ ਪਰੇਸ਼ਾਨੀਆਂ ਕ੍ਰੀਏਟ ਕੀਤੀਆਂ ਜਾਂਦੀਆਂ ਨੇ, ਜਿਹਦੇ ਮੁਤਲਕ ਮੈਂ ਉਸ ਦਿਨ ਪ੍ਰੋਟੈਸਟ ਆਪਣੇ ਕਨੌਨ ਪਿੰਡ ਵਿੱਚ ਕੀਤਾ ਸੀ ਸਰ। ਦੱਸੋਗੇ ਕਿ ਕੀ ਇਹੋ ਜਿਹਾ ਹੋਇਆ ਕਿ ਤੁਹਾਨੂੰ ਦੱਸਿਆ ਕਿ ਕੋਰਟ ਰਾਹੀਂ ਸਾਰਾ ਕੁਝ ਮਿਲ ਗਿਆ, ਤੇ ਉਹਦੇ ਬਾਵਜੂਦ ਵੀ ਇਹ ਇਸ ਤਰ੍ਹਾਂ ਦੀਆਂ ਹਰਕਤਾਂ ਹੁੰਦੀਆਂ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਤੁਹਾਨੂੰ ਕੋਈ ਸਪੋਰਟ ਮਿਲਦੀ ਮਦਦ? ਸਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਸਰ ਮੈਂ ਕੰਪਲੇਂਟ ਕੀਤੀ ਸੀਗੀ ਤਦ ਜਿਹਦੀ ਮੈਨੂੰ ਥ੍ਰੈਟਨਿੰਗ ਔਰ ਪ੍ਰੋਬਲਮਸ ਕ੍ਰੀਏਟ ਹੋਈਆਂ ਸੀਗੀਆਂ। ਬਟ ਉਹਦੇ ਮੁਤਲਕ ਮੈਨੂੰ ਥਾਣੇ ਦੇ ਵਿੱਚ ਰਾਜਕੁਮਾਰ ਜੀ ਦੇ ਵੱਲੋਂ ਬੁਲਾਇਆ ਜਾਂਦਾ ਆ, ਤੇ ਮੇਰੀ ਕ੍ਰਿਮੀਨਲ ਕੰਪਲੇਂਟ ਤੇ ਉਹ ਕਹਿੰਦੇ ਨੇ ਕਿ ਵੀ ਜੀ ਤੁਸੀਂ ਇਹਨਾਂ ਨਾਲ ਰਾਜੀਨਾਮਾ ਕਰ ਲਓ, ਜਿਹਦੇ ਲਈ ਮੈਂ ਬਿਲਕੁਲ ਵੀ ਤਿਆਰ ਨਹੀਂ ਸੀਗੀ। ਮੈਨੂੰ ਸੀਗਾ ਕਿ ਇਹਦੇ ਉੱਤੇ ਮੈਨੂੰ ਕਾਰਵਾਈ ਚਾਹੀਦੀ ਹੈ, ਕਿਉਂਕਿ ਜੇ ਹੁਣੀ ਸਟ੍ਰਿਕਟਲੀ ਇਹਨਾਂ ਤੇ ਐਕਸ਼ਨ ਲਿੱਤਾ ਜਾਏਗਾ ਤੇ ਅੱਗੇ ਹੋਰ ਇਹ ਕੋਈ ਗਲਤ ਕਦਮ ਨਾ ਉਠਾਉਣ। ਤੇ ਮੇਰਾ ਮਕਸਦ ਇਹ ਸੀਗਾ, ਜਿਹਦੇ ਮੁਤਲਕ ਅੱਜ ਤੱਕ ਕੁਝ ਨਹੀਂ ਕੀਤਾ ਗਿਆ। ਹਾਂ, ਮੈਨੂੰ ਬੁਲਾਇਆ ਗਿਆ ਔਰ ਮੈਨੂੰ ਕਿਹਾ ਗਿਆ ਕਿ ਮੈਡਮ ਤੁਹਾਡੀ ਸਟੇਟਮੈਂਟ ਲਿਖਣੀ ਹੈ, ਜਦ ਕਿ ਜਿਹੜੀ ਮੇਰੀ ਕੰਪਲੇਂਟ ਹੈ ਉਹੀ ਮੇਰੀ ਸਟੇਟਮੈਂਟ ਹੈ, ਜੋ ਮੇਰੀ ਸਟੇਟਮੈਂਟ ਹੈ ਉਹੀ ਮੇਰੀ ਕੰਪਲੇਂਟ ਹੈ। ਮੈਂ ਰਾਜਕੁਮਾਰ ਜੀ ਨੂੰ ਵੀ ਤਦ ਹੀ ਕਿਹਾ ਸੀਗਾ। ਇੱਕ ਹੋਰ ਖਾਸ ਗੱਲ ਵੇਖੀ ਜਾਂਦੀ ਹੈ ਕਿ ਪਿੰਡਾਂ ਵਿੱਚ ਅਸੀਂ ਜ਼ਿਆਦਾਤਰ ਕੰਪਲੇਂਟਾਂ ਦੇਖੀਆਂ, ਹਾਂਜੀ, ਜਦੋਂ ਅਸੀਂ ਸ਼ਿਕਾਇਤ ਦਿੰਦੇ ਉਹਨੂੰ ਕੰਪਲੇਂਟ ਨਹੀਂ, ਉਹ ਜਿਹੜਾ ਕਿ ਬਿਆਨ ਨਹੀਂ ਮੰਨਿਆ ਜਾਂਦਾ, ਉਹ ਉਲਝਾਉਣ ਵਾਸਤੇ ਹੋਰ ਬਿਆਨ ਲਏ ਜਾਂਦੇ। ਲੱਗਦਾ ਕੋਈ ਇਸ ਤਰ੍ਹਾਂ ਤੁਹਾਡੇ ਨਾਲ ਵੀ ਹੋ? ਹਾਂਜੀ ਸਰ, ਜਿੱਦਾਂ ਕਿ ਵੈਸੇ ਦੱਸਿਆ ਜਾਂਦਾ ਕਿ ਲੇਡੀਜ਼ ਜਿੱਥੇ ਰਹਿੰਦੀ ਉੱਥੇ ਉਹਨੂੰ ਰਾਈਟ ਹੁੰਦਾ ਹੈ ਆਪਣੀ ਉਹ ਕੰਪਲੇਂਟ ਦੇ ਸਕਦੀ ਹੈ, ਉੱਥੇ ਬਿਆਨ ਲਿਖਾ ਸਕਦੇ ਨੇ। ਪਰ ਮੈਨੂੰ ਇਦਾਂ ਦਾ ਕੁਝ ਲੱਗਿਆ ਨਹੀਂ, ਕਿਉਂਕਿ ਮੈਂ ਜਿੱਦਾਂ ਵੀ ਕੰਪਲੇਂਟਸ ਆਪਣੀਆਂ ਦਿੱਤੀਆਂ ਤਾਂ ਵੀ ਮੈਨੂੰ ਕੰਪੈਲ ਕੀਤਾ ਗਿਆ ਕਿ ਤੁਸੀਂ ਥਾਣੇ ਵਿੱਚ ਆ ਕੇ ਮਿਲੋ ਜੀ, ਤੁਹਾਡੀ ਸਟੇਟਮੈਂਟ ਲੈਣੀ ਹੈ, ਤੁਹਾਡੀ ਕੰਪਲੇਂਟ ਲੈਣੀ ਹੈ, ਜਾਂ ਇੱਦਾਂ ਮੈਨੂੰ ਹਰਾਸ ਕੀਤਾ ਗਿਆ ਨਵਾਂ ਸ਼ਹਿਰ ਦੇ ਵੱਲੋਂ। ਇੱਕ ਖਾਸ ਗੱਲ ਹੈ ਕਿ ਇਹਦੇ ਵਾਸਤੇ ਤੁਸੀਂ ਦੱਸਿਆ ਕਿ ਬੀਤੇ ਸਮੇਂ ਜਿਸ ਤਰ੍ਹਾਂ ਤੁਹਾਨੂੰ ਕੋਈ ਸਿਆਸੀ ਦਬਾਅ ਵੀ ਕੁਝ ਹੈਗਾ ਸੀਗਾ, ਕੋਈ ਇੱਦਾਂ ਦੇ ਕੋਈ ਸਬੂਤ ਹੈਗੇ ਤੁਹਾਡੇ ਕੋਲ ਕਿ ਜਿਹਦੇ ਵਿੱਚ ਤੁਹਾਨੂੰ ਲੱਗਦਾ ਕਿ ਕੋਈ ਸਿਆਸੀ ਦਬਾਅ ਕਰਕੇ ਤੁਹਾਨੂੰ ਜੋ ਹੱਕ ਸਹੀ ਫੈਸਲੇ ਹੋਣੇ ਨਹੀਂ ਆਏ? ਹਾਂਜੀ ਸਰ, ਬਿਲਕੁਲ ਸਰ, ਇਹ ਸਿਆਸੀ ਦਬਾਅ ਜੋ ਹੈ ਅਜੀਤ ਸਿੰਘ ਦਾ ਪੂਰਾ ਦਬਦਬਾ ਜੋ ਕਿ ਉਹਨੇ, ਮੈਂ ਤੁਹਾਨੂੰ ਦਿਖਾਣਾ ਚਾਹਾਂਗੀ, ਪੇਸ਼ ਕਰਨਾ ਚਾਹਾਂਗੀ ਤੁਹਾਡੇ ਸਾਹਮਣੇ, ਜਿੱਥੇ ਉਹਨੇ ਸ਼ਰੇਆਮ ਆਪਣੇ ਮੂੰਹ ਤੋਂ ਕਿਹਾ ਹੈਗਾ ਕਿ ਅਕਾਲੀਆਂ ਦਾ ਬੋਲਬਾਲਾ ਸੀ ਤੇ ਮੇਰੀ ਪੂਰੀ ਠੁੱਕ ਵੱਜਦੀ ਸੀਗੀ, ਤੇ ਇਸ ਕਰਕੇ ਸਾਨੂੰ ਤੰਗ ਕੀਤਾ ਜਾ ਰਿਹਾ ਸਰ, ਤੇ ਇਸ ਤੇ ਬੰਦੀ ਕਾਰਵਾਈ ਕੀਤੀ ਜਾਵੇ। ਲੋਕ ਰੱਖਣ ਨਹੀਂ ਦਿੰਦੇ। ਉਸ ਵੇਲੇ ਕਾਲੀ ਗੌਰਮੈਂਟ ਸੀ, ਸਾਡਾ ਥੋੜਾ ਤਬਦਾ ਹੀ ਸਗਾ। ਜਦੋਂ 7 ਰੱਖਿਆ ਤਾਂ ਇੱਕ ਅਸੀਂ 7 ਉੱਤੇ ਰਖਾਉਂਦੇ ਸੀ, ਸ਼ਮੀ ਦੇ ਖੇਤਾਂ ਮੋਰੇ ਵੀ ਲੋਕਾਂ ਦਾ ਪਾਣੀ ਨਿਕਲੇ, ਕਿਉਂਕਿ ਸਾਡਾ ਏਰੀਆ ਡੁੱਬ ਜਾਣਾ ਸਾਰਾ। ਅੱਛਾ, ਉਹ ਮਤਲਬ ਸ਼ਮੀ ਪਤਾ ਨਹੀਂ ਕੀ ਗੱਲ। ਸਰ ਇਹ ਕੰਪਲੇਂਟ ਹੈ ਜਿੱਥੇ ਇਹ ਵੀਡੀਓ ਹੈ, ਜਿੱਥੇ ਉਹ ਕਹਿੰਦੇ ਪਏ ਨੇ ਕਿ ਅਕਾਲੀਆਂ ਦੀ ਗਵਰਨਮੈਂਟ ਸੀ ਤੇ ਮੇਰਾ ਪੂਰਾ ਦਬਦਬਾ ਸੀ, ਤੇ ਹੁਣ ਵੀ ਇਹਨਾਂ ਦਾ ਪੂਰਾ ਦਬਦਬਾ ਆ, ਤੇ ਮੈਨੂੰ ਕਹਿੰਦੇ ਕਿ ਮੈਂ ਬਹੁਤ ਕੁਝ ਕਰਾਂਗਾ, ਤੂੰ ਮੇਰਾ ਕੁਝ ਨਹੀਂ ਕਰ ਸਕਦੀ। ਤੇ ਇਹਨਾਂ ਦਾ ਮਨਸੂਬਾ ਇਹੀ ਹੈ ਕਿ ਜਿੱਦਾਂ ਮੇਰੇ ਮਦਰ ਸੀਨੀਅਰ ਸਿਟੀਜ਼ਨ ਹੈ ਤੇ ਉਹਨਾਂ ਨੂੰ ਗਮ ਦਿੱਤੇ ਜਾਣ, ਦੁੱਖ ਦਿੱਤੇ ਜਾਣ, ਕਿ ਉਹ ਇਹ ਜ਼ਿੰਦਗੀ ਨੂੰ ਦੁਨੀਆ ਨੂੰ ਛੱਡ ਦੇਣ, ਤੇ ਤਾਂ ਕਿ ਉਹਨਾਂ ਦੇ ਇਹ ਜ਼ਮੀਨ ਦਬ ਸਕਣ, ਤੇ ਉਹ ਜੋ ਮੈਂ ਹੋਣ ਨਹੀਂ ਦੇਵਾਂਗੀ। ਸਰਕਾਰ ਅੱਗੇ ਕੀ ਅਪੀਲ ਕਰਨੀ ਚਾਹੁੰਦੀ, ਇਹਦੇ ਵਾਸਤੇ ਕਿੱਥੇ ਹੋਰ ਤੁਹਾਡੇ ਵੱਲੋਂ ਅਪੀਲ ਕੀਤੀ ਜਾ ਰਹੀ ਹੈ? ਸਰ ਜੀ, ਇਸ ਮੁਤਲਕ ਹੁਣ ਮੈਂ ਲਾਸਟ ਸ਼ਨੀਵਾਰ ਮੈਂ ਐਸਐਸਪੀ ਸਾਹਿਬ ਦੇ ਕੋਲ ਗਈ ਸੀ, ਪਰਸਨਲ ਮੈਂ ਉਹਦੇ ਦਫ਼ਤਰ ਵਿਜ਼ਿਟ ਵੀ ਕੀਤਾ ਸੀਗਾ, ਤੇ ਉਹਨਾਂ ਨੇ ਮੇਰੀ ਕੰਪਲੇਂਟ ਮੇਰੀ ਗੱਲਬਾਤ ਸੁਣੀ, ਮੇਰੀ ਕੰਪਲੇਂਟ ਵੀ ਫੜੀ ਹੈ, ਤੇ ਉਹਦੇ ਵਿੱਚ ਉਹਨਾਂ ਨੇ ਜਿਹੜੀ ਇਹ ਕੰਪਲੇਂਟ ਹੈ ਡੀਸੀ ਸਾਹਿਬ ਦੇ ਦਫ਼ਤਰ ਦੇ ਵਿੱਚ ਮਾਰਕ ਕੀਤੀ ਹੈ, ਤੇ ਉਹਨਾਂ ਨੇ ਪੂਰਾ ਮੈਨੂੰ ਆਸ਼ਵਾਸਨ ਦਿਵਾਇਆ ਕਿ ਮੇਰੇ ਨਾਲ ਇਨਸਾਫ ਕਰਨਗੇ।
ਔਰ ਖਾਸ ਹੋਰ ਇਸ ਤੋਂ ਇਲਾਵਾ ਕੋਈ ਤੁਹਾਡੇ ਵੱਲੋਂ ਕੋਈ ਮੈਸੇਜ ਲੋਕਾਂ ਵਾਸਤੇ ਜਾਂ ਪ੍ਰਸ਼ਾਸਨ ਵਾਸਤੇ ਕੀ ਕਹਿਣਾ ਚਾਹੁੰਦੇ ਹੋ? ਸਰ ਪ੍ਰਸ਼ਾਸਨ ਲਈ ਔਰ ਲੋਕਾਂ ਲਈ ਮੈਂ ਇਹ ਕਹਾਂਗੀ ਕਿ ਜਿੱਥੇ ਵੀ ਕਿਸੇ ਨੂੰ ਦਿੱਕਤ ਹੁੰਦੀ ਹੈ ਸਾਨੂੰ ਰਲ ਮਿਲ ਕੇ ਆਪਣੀ ਮੁਸੀਬਤਾਂ ਦਾ ਸਾਹਮਣਾ ਕਰਨਾ ਚਾਹੀਦਾ ਆ। ਵੈਸੇ ਜਿੱਦਾਂ ਕਿ ਸਾਡੇ ਮਾਨਯੋਗ ਸੀਐਮ ਸਾਹਿਬ ਕਹਿੰਦੇ ਆ ਕਿ ਪੰਜਾਬ ਨੂੰ ਬਚਾਓ, ਪੰਜਾਬ ਨੂੰ ਸੰਭਾਲੋ, ਤੇ ਸਾਡੀ ਵਰਗੀ ਜਨਰੇਸ਼ਨ ਜੇ ਕੋਸ਼ਿਸ਼ ਵੀ ਕਰਦੀ ਹੈ, ਵੈਸੇ ਕਿਹਾ ਜਾਂਦਾ ਕਿ ਬੇਟੀ ਬਚਾਓ ਬੇਟੀ ਪੜਾਓ, ਤੇ ਦੇਸ਼ ਦੀ ਬੇਟੀਆਂ ਨਾਲ ਇਦਾਂ ਹੋ ਰਿਹਾ ਹੈ। ਮੈਂ ਆਪਣੀ ਲੜਾਈ ਲੜਨ ਲਈ ਬਹੁਤ ਅੱਗੇ ਤੱਕ ਜਾਵਾਂਗੀ ਤੇ ਮੈਨੂੰ ਤੇ ਪੰਜਾਬ ਦੀ ਬੇਟੀ ਹੋਣ ਦੇ ਕਾਰਨ ਇਨਸਾਫ ਦਿੱਤਾ ਜਾਵੇ, ਤੇ ਮੈਨੂੰ ਪੁਲਿਸ ਪ੍ਰਸ਼ਾਸਨ ਤੇ ਪੂਰਾ ਵਿਸ਼ਵਾਸ ਹੈ ਕਿ ਉਹ ਮੇਰੇ ਨਾਲ ਧੱਕਾ ਨਹੀਂ ਕਰਨਗੇ, ਮੈਨੂੰ ਪੂਰਾ ਇਨਸਾਫ ਦਿਵਾਉਣਗੇ।